ਸਤਿ ਸ੍ਰੀ ਅਕਾਲ ਜੀ। ਇੰਜੋਏ ਸਟੋਰੀਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਹਰਨਾਮ ਸਿੰਘ ਦੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ ਵਿੱਚ ਰਹਿ ਰਹੇ ਸੀ, ਲੇਕਿਨ ਬੇਟੇ ਅਤੇ ਬਹੂ ਦੇ ਰੋਜ਼ ਦੇ ਝਗੜੇ ਤੋਂ ਬਹੁਤ ਪਰੇਸ਼ਾਨ ਹੋ ਕੇ ਹਰਨਾਮ ਸਿੰਘ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਬੈਗ ਕੱਢਣ ਲੱਗਿਆ। ਉਹਨੇ ਆਪਣੇ ਬੈਗ ਵਿੱਚ ਕੁਝ ਕੁ ਕੱਪੜੇ ਰੱਖੇ, ਉਦਾਸ ਮਨ ਨਾਲ ਆਪਣੀ ਪਤਨੀ ਦੀ ਤਸਵੀਰ ਨੂੰ ਚੁੱਕਿਆ ਅਤੇ ਬੋਲਿਆ, ਕਿੰਨੇ ਨਾਜ਼ਾਂ ਨਾਲ ਪਾਲ ਕੇ ਵੱਡਾ ਕੀਤਾ ਸੀ ਆਪਾਂ ਆਪਣੇ ਇਕਲੌਤੇ ਬੇਟੇ ਨੂੰ। ਉਹ ਕਹਿੰਦੇ ਕਹਿੰਦੇ ਇਹ ਰੋ ਪਏ, ਪਰ ਫਿਰ ਸੋਚਣ ਲੱਗੇ, ਨਹੀਂ, ਇਹ ਕਮਜ਼ੋਰ ਪੈਣ ਦਾ ਵਕਤ ਨਹੀਂ ਹੈ। ਉਹਨਾਂ ਨੇ ਆਪਣੀਆਂ ਅੱਖਾਂ ਪੂੰਝਦੇ ਹੋਏ ਆਪਣੀ ਪਤਨੀ ਦੀ ਤਸਵੀਰ ਆਪਣੇ ਬੈਗ ਵਿੱਚ ਰੱਖ ਲਈ ਅਤੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਬਿਰਧ ਆਸ਼ਰਮ ਵਿੱਚ ਰਹਿੰਦੇ ਸੀ, ਪਰ ਇਹ ਭਰੇ ਗਲੇ ਨਾਲ ਉਹਨਾਂ ਨੂੰ ਦੱਸਿਆ ਕਿ ਹੁਣ ਉਹ ਬਿਰਧ ਆਸ਼ਰਮ ਵਿੱਚ ਹੀ ਰਹਿਣਾ ਚਾਹੁੰਦੇ ਨੇ। ਇੰਨੀ ਗੱਲ ਸੁਣਦੇ ਹੀ ਉਹਨਾਂ ਦਾ ਦੋਸਤ ਪ੍ਰੀਤਮ ਹੈਰਾਨ ਰਹਿ ਗਿਆ। ਉਹਦੇ ਕੋਲੇ ਪੁੱਛਣ ਵਾਸਤੇ ਕੁਝ ਨਹੀਂ ਸੀ, ਕੋਈ ਸ਼ਬਦ ਹੀ ਨਹੀਂ ਸੀ ਬਚੇ। ਹਰਨਾਮ ਸਿੰਘ ਨੇ ਕੇਵਲ ਇੰਨਾ ਹੀ ਕਿਹਾ, ਮੈਂ ਰੋਜ਼-ਰੋਜ਼ ਦੇ ਝਗੜੇ ਤੋਂ ਪਰੇਸ਼ਾਨ ਹਾਂ, ਆ ਗਿਆ ਹਾਂ ਅਤੇ ਕੁਝ ਦੇਰ ਵਿੱਚ ਮੈਂ ਤੇਰੇ ਕੋਲ ਪਹੁੰਚ ਰਿਹਾ ਹਾਂ। ਜਦੋਂ ਉਹ ਆਪਣਾ ਘਰ ਛੱਡ ਕੇ ਬੈਗ ਲੈ ਕੇ ਘਰ ਤੋਂ ਨਿਕਲਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਬੇਟਾ ਤੇ ਬਹੂ ਆਪਣੇ ਕਮਰੇ ਵਿੱਚ ਬੈਠ ਕੇ ਚਾਹ ਦਾ ਆਨੰਦ ਲੈ ਰਹੇ ਸੀ, ਪਰ ਦੋਨਾਂ ਵਿੱਚੋਂ ਕਿਸੇ ਨੇ ਨਹੀਂ ਪੁੱਛਿਆ ਕਿ ਤੁਸੀਂ ਸਮਾਨ ਲੈ ਕੇ ਕਿੱਥੇ ਜਾ ਰਹੇ ਹੋ, ਅਤੇ ਨਾ ਹੀ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੋਜ਼-ਰੋਜ਼ ਦੀ ਅਪਮਾਨ ਅਤੇ ਜਿੱਲਤ ਭਰੀ ਜ਼ਿੰਦਗੀ ਤੋਂ ਪਰੇਸ਼ਾਨ ਹਰਨਾਮ ਸਿੰਘ ਆਸ਼ਰਮ ਪਹੁੰਚ ਗਏ। ਥੋੜ੍ਹੇ ਹੀ ਸਮੇਂ 'ਚ ਉਹਨਾਂ ਨੇ ਬਿਰਧ ਆਸ਼ਰਮ ਵਿੱਚ ਬਹੁਤ ਮਿੱਤਰ ਬਣਾ ਲਏ। ਉਹ ਸਾਰਿਆਂ ਦੇ ਨਾਲ ਦੁੱਖ ਸੁੱਖ ਵੰਡਦੇ, ਗੱਲਾਂ ਕਰਦੇ, ਰੋਜ਼ ਸੁਬਾਹ ਸੈਰ ਕਰਦੇ। ਹੌਲੀ-ਹੌਲੀ ਹਰਨਾਮ ਸਿੰਘ ਨੂੰ ਆਸ਼ਰਮ ਵਿੱਚ ਬਹੁਤ ਵਧੀਆ ਮਹਿਸੂਸ ਹੋਣ ਲੱਗਿਆ। ਘਰ ਦੀ ਯਾਦ ਉਹਨਾਂ ਨੂੰ ਹੁਣ ਨਹੀਂ ਸੀ ਆਉਂਦੀ। ਆਸ਼ਰਮ ਵਿੱਚ ਹੀ ਸਕੂਨ ਮਿਲਦਾ ਸੀ। ਸਾਰੇ ਲੋਕ ਇਕੱਠੇ ਹੀ ਖਾਣਾ ਖਾਂਦੇ, ਜਦੋਂ ਕਿ ਘਰ ਵਿੱਚ ਰੋਜ਼ ਦੇ ਝਗੜੇ ਤੋਂ ਹਰਨਾਮ ਸਿੰਘ ਦਾ ਦਿਲ ਬਹੁਤ ਦੁਖੀ ਹੋ ਰਿਹਾ ਸੀ। ਹਮੇਸ਼ਾ ਆਪਣੀ ਪਤਨੀ ਦੀ ਤਸਵੀਰ ਨਾਲ ਗੱਲਾਂ ਕਰਦੇ ਹੋਏ ਕਹਿੰਦੇ ਕਿ ਤੁਸੀਂ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ, ਪਰ ਆਪਣੇ ਬੇਟੇ ਨੇ ਵੀ ਮੇਰਾ ਸਾਥ ਛੱਡ ਦਿੱਤਾ, ਜਿਹਦੇ ਵਾਸਤੇ ਮੈਂ ਕਦੇ ਆਪਣਾ ਖੂਨ ਪਸੀਨਾ ਇੱਕ ਕੀਤਾ, ਪਾਣੀ ਦੇ ਵਾਂਗੂ ਪਸੀਨਾ ਵਹਾਇਆ। ਇੱਕ ਵਾਰ ਹਰਨਾਮ ਸਿੰਘ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਟਹਿਲ ਰਹੇ ਸੀ, ਉਦੋਂ ਹੀ ਬਿਰਧ ਆਸ਼ਰਮ ਦੇ ਬਾਹਰ ਇੱਕ ਗੱਡੀ ਆ ਕੇ ਰੁਕੀ। ਬਿਰਧ ਆਸ਼ਰਮ ਦੇ ਸਾਰੇ ਲੋਕ ਉਸ ਕਾਰ ਵਿੱਚ ਵੇਖਣ ਲੱਗੇ, ਉਸ ਕਾਰ ਵੱਲ ਦੇਖਣ ਲੱਗੇ ਅਤੇ ਸੋਚਣ ਲੱਗੇ ਕਿ ਅੱਜ ਫਿਰ ਕੋਈ ਬਦਕਿਸਮਤ ਬਜ਼ੁਰਗ ਇਸ ਬਿਰਧ ਆਸ਼ਰਮ ਵਿੱਚ ਆਇਆ ਹੈ, ਜਿਸ ਨੇ ਨਾ ਜਾਣੇ ਕਿੰਨੇ ਯਤਨ ਨਾਲ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਪੜ੍ਹਾਇਆ ਲਿਖਾਇਆ। ਅੱਜ ਫਿਰ ਕੋਈ ਅੱਖਾਂ ਵਿੱਚ ਹੰਝੂ ਲੈ ਕੇ ਇਸ ਘਰ ਵਿੱਚ ਪ੍ਰਵੇਸ਼ ਕਰੇਗਾ। ਗੱਡੀ ਤੋਂ ਇੱਕ ਨੌਜਵਾਨ ਮੁੰਡਾ ਉਤਰਿਆ ਤੇ ਉਹਦੇ ਤੋਂ ਇੱਕ ਬਾਅਦ ਔਰਤ ਜੋ ਉਹਦੀ ਮਾਂ ਸੀ, ਉਹਦਾ ਹੱਥ ਫੜ ਕੇ ਬਾਹਰ ਨਿਕਲਣ ਲੱਗਾ। ਉਸ ਔਰਤ ਦੀ ਉਮਰ ਲਗਭਗ 60 ਸਾਲਾਂ ਦੇ ਕਰੀਬ ਸੀ। ਸਿਰ 'ਤੇ ਚੁੰਨੀ ਹੋਣ ਦੇ ਕਾਰਨ ਉਹਦਾ ਚਿਹਰਾ ਸਹੀ ਢੰਗ ਨਾਲ ਨਜ਼ਰ ਨਹੀਂ ਸੀ ਆ ਰਿਹਾ। ਥੋੜ੍ਹੀ ਹੀ ਦੇਰ ਵਿੱਚ ਗੱਡੀ ਤੋਂ ਕਰੀਬ 21 ਸਾਲਾਂ ਦੀ ਇੱਕ ਔਰਤ ਉਤਰੀ, ਜਿਹਦੇ ਹੱਥ ਵਿੱਚ ਇੱਕ ਬੈਗ ਸੀ। ਉਸ ਔਰਤ ਨੇ ਉਹ ਬੈਗ ਉਸ ਬਜ਼ੁਰਗ ਔਰਤ ਦੇ ਹੱਥ ਵਿੱਚ ਫੜਾਇਆ ਅਤੇ ਉਸ ਦੇ ਬਾਅਦ ਕੁਝ ਗੱਲ ਕਹਿਣ ਲੱਗੀ। ਉਹ ਬਜ਼ੁਰਗ ਔਰਤ ਚੁੱਪਚਾਪ ਉਸ ਦੀ ਗੱਲ ਸੁਣ ਰਹੀ ਸੀ। ਫਿਰ ਵਾਪਸ ਉਹ ਦੋਨੇ ਗੱਡੀ ਵਿੱਚ ਬੈਠ ਕੇ ਚਲੇ ਗਏ ਅਤੇ ਬਜ਼ੁਰਗ ਔਰਤ ਨੂੰ ਬਿਰਧ ਆਸ਼ਰਮ ਦੇ ਬਾਹਰ ਕੁਝ ਦੇਰ ਤੱਕ ਉਵੇਂ ਹੀ ਖੜੀ ਰਹੀ। ਫਿਰ ਭਾਰੀ ਮਨ ਨਾਲ ਆਪਣੇ ਹੰਝੂ ਪੂੰਝਦੇ ਹੋਏ ਬਿਰਧ ਆਸ਼ਰਮ ਵਿੱਚ ਆ ਗਈ। ਹਰਨਾਮ ਸਿੰਘ ਦੇ ਵੱਲ ਦੇਖਦੇ ਹੀ ਉਸਨੇ ਆਪਣੇ ਸਿਰ 'ਤੇ ਚੁੰਨੀ ਲੈ ਲਈ, ਆਪਣੇ ਚਿਹਰੇ ਨੂੰ ਛੁਪਾਉਣ ਲੱਗੀ ਅਤੇ ਫਿਰ ਬਿਨਾਂ ਕੁਝ ਕਹੇ ਔਰਤਾਂ ਵਾਲੇ ਪਾਸੇ ਚਲੀ ਗਈ। ਉਦੋਂ ਹੀ ਹਰਨਾਮ ਸਿੰਘ ਨੇ ਕੋਲ ਖੜੀ ਇੱਕ ਬਜ਼ੁਰਗ ਨੂੰ ਕਿਹਾ, ਅੱਜ ਫਿਰ ਤੋਂ ਇੱਕ ਮਾਂ ਦੀ ਮਮਤਾ ਤਾਰ-ਤਾਰ ਹੋ ਗਈ। ਫਿਰ ਤੋਂ ਇੱਕ ਮਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਗਿਆ। ਹਰਨਾਮ ਸਿੰਘ ਵਾਰ-ਵਾਰ ਇਸ ਔਰਤ ਦੇ ਚਿਹਰੇ ਦੀ ਵੱਲ ਵੇਖਦਾ ਰਿਹਾ। ਉਹਨਾਂ ਨੂੰ ਲੱਗਿਆ ਜਿਵੇਂ ਉਹ ਔਰਤ ਨੂੰ ਜਾਣਦੇ ਹੋਣ, ਲੇਕਿਨ ਉਹ ਪੂਰੀ ਤਰ੍ਹਾਂ ਸਮਝ ਨਹੀਂ ਰਹੇ ਸੀ ਕਿ ਉਹ ਔਰਤ ਕੌਣ ਹੈ। ਅਕਸਰ ਹਰਨਾਮ ਸਿੰਘ ਦੇਖਦੇ ਸੀ ਕਿ ਉਹ ਔਰਤ ਆਪਣੇ ਚੁੰਨੀ ਦੇ ਨਾਲ ਅੱਧੇ ਤੋਂ ਜ਼ਿਆਦਾ ਚਿਹਰਾ ਢੱਕ ਕੇ ਰੱਖਦੀ ਸੀ, ਲੇਕਿਨ ਇੱਕ ਦਿਨ ਜਦੋਂ ਉਹ ਔਰਤ ਬਾਗਬਾਨੀ ਦੇ ਕੰਮ ਵਿੱਚ ਲੱਗੀ ਹੋਈ ਸੀ ਤਾਂ ਹਰਨਾਮ ਸਿੰਘ ਇਸ ਸਮੇਂ ਟਹਿਲਣ ਦੇ ਲਈ ਨਿਕਲੇ,
ਬਾਗਬਾਨੀ 'ਚ ਕੰਮ ਕਰਦੇ ਔਰਤ ਦੇ ਸਿਰ ਤੋਂ ਚੁੰਨੀ ਉਤਰ ਗਈ। ਹਰਨਾਮ ਸਿੰਘ ਨੂੰ ਉਸ ਔਰਤ ਦਾ ਚਿਹਰਾ ਦੇਖਦੇ ਹੀ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਨਾ ਜਾਣੇ ਕਿੰਨੇ ਸਵਾਲਾਂ ਦਾ ਉਹਨਾਂ ਦੇ ਦਿਮਾਗ ਨੂੰ ਘੇਰ ਲਿਆ ਸੀ। ਉਸ ਸਮੇਂ ਉਹਨਾਂ ਦਾ ਇੱਕ ਮਿੱਤਰ ਵੀ ਉਹਨਾਂ ਦੇ ਕੋਲ ਆ ਗਿਆ ਤੇ ਬੋਲਿਆ, ਖਾਣਾ ਖਾਣ ਦਾ ਸਮਾਂ ਹੋ ਗਿਆ ਹੈ, ਤੁਸੀਂ ਕਿੱਥੇ ਘੁੰਮ ਰਹੇ ਹੋ? ਇੰਨੇ ਗੁੰਮਸੁੰਮ ਕਿਉਂ ਹੋ? ਸਾਰੇ ਲੋਕ ਤਾਂ ਨਾਸ਼ਤੇ ਦੇ ਟੇਬਲ ਉੱਤੇ ਮੌਜੂਦ ਸੀ, ਲੇਕਿਨ ਤੁਸੀਂ ਨਹੀਂ ਸੀ, ਇਸ ਲਈ ਮੈਂ ਤੁਹਾਨੂੰ ਬੁਲਾਉਣ ਆ ਗਿਆ। ਕੀ ਗੱਲ ਹੈ, ਕੋਈ ਪਰੇਸ਼ਾਨੀ ਹੈ? ਨਹੀਂ ਨਹੀਂ, ਕੋਈ ਗੱਲ ਨਹੀਂ, ਮੈਂ ਤਾਂ ਵੈਸੇ ਹੀ ਟਹਿਲਣ ਬਾਹਰ ਆ ਗਿਆ। ਬਸ ਮੈਂ ਆ ਹੀ ਰਿਹਾ ਸੀ ਖਾਣ ਵਾਲੇ ਕਮਰੇ ਵਿੱਚ। ਬੈਠਣ ਤੋਂ ਬਾਅਦ ਹਰਨਾਮ ਸਿੰਘ ਦੀਆਂ ਨਜ਼ਰਾਂ ਵਾਰ-ਵਾਰ ਉਸ ਬਜ਼ੁਰਗ ਔਰਤ ਜਿਸ ਦਾ ਨਾਮ ਮਨਜੀਤ ਕੌਰ ਸੀ ਉਸ ਨੂੰ ਲੱਭਦੀਆਂ ਰਹੀਆਂ। ਉਹ ਉਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਆਖਿਰ ਇਹੋ ਜਿਹਾ ਕੀ ਹੋਇਆ ਜੋ ਉਹਨਾਂ ਨੂੰ ਇੱਥੇ ਆਉਣ ਦੀ ਨੌਬਤ ਆ ਗਈ। ਉਹਨਾਂ ਦਾ ਤਾਂ ਬਹੁਤ ਭਰਿਆ ਪੂਰਾ ਪਰਿਵਾਰ ਹੈ। ਹਮੇਸ਼ਾ ਕਹਿੰਦੀ ਸੀ ਕਿ ਉਹ ਆਪਣੇ ਬੇਟੇ ਬਹੂ ਦੇ ਨਾਲ ਬਹੁਤ ਖੁਸ਼ ਹੈ। ਫਿਰ ਅੱਜ ਇਹੋ ਜਿਹੇ ਹਾਲਾਤਾਂ ਵਿੱਚ ਕਿਵੇਂ? ਇਹੋ ਜਿਹਾ ਕੀ ਹੋ ਗਿਆ? ਹਰਨਾਮ ਸਿੰਘ ਉੱਧਰ ਹੀ ਕਿਸੇ ਬੰਦੇ ਨੂੰ ਪੁੱਛਦੇ ਹੋਏ, ਕੁਝ ਦਿਨ ਪਹਿਲਾਂ ਜੋ ਔਰਤ ਬਿਰਧ ਆਸ਼ਰਮ ਵਿੱਚ ਆਈ ਸੀ ਉਹ ਅੱਜ ਖਾਣਾ ਖਾਣ ਕਿਉਂ ਨਹੀਂ ਆਈ? ਉਹਨਾਂ ਨੇ ਦੱਸਿਆ ਕਿ ਉਹ ਮਾਤਾ ਜੀ ਅੱਜ ਬਹੁਤ ਦੁਖੀ ਆ, ਇਸ ਲਈ ਉਹਨਾਂ ਨੇ ਖਾਣੇ ਤੋਂ ਮਨਾ ਕਰ ਦਿੱਤਾ। ਪਰੇਸ਼ਾਨ ਵੀ ਕਿਉਂ ਨਾ ਹੋਵੇ, ਆਖਿਰ ਜੋ ਉਹਨਾਂ ਦੇ ਬੇਟੇ ਬਹੂ ਨੇ ਉਹਨਾਂ ਦੇ ਨਾਲ ਕੀਤਾ ਹੈ ਇਹੋ ਜਿਹਾ ਤਾਂ ਕੋਈ ਦੁਸ਼ਮਣਾਂ ਦੇ ਨਾਲ ਵੀ ਨਹੀਂ ਕਰ ਸਕਦਾ। ਉਹ ਵਾਰ-ਵਾਰ ਆਪਣੇ ਘਰ ਨੂੰ ਯਾਦ ਕਰ ਰਹੀ ਸੀ। ਸੁਬਾਹ ਤੋਂ ਆਪਣੇ ਕਮਰੇ ਵਿੱਚ ਬੈਠ ਕੇ ਰੋਈ ਜਾ ਰਹੀ ਸੀ। ਇਸ ਲਈ ਉਹਦਾ ਧਿਆਨ ਭਟਕਾਉਣ ਦੇ ਲਈ ਉਹਨਾਂ ਨੂੰ ਬਾਗਬਾਨੀ ਵਿੱਚ ਕੰਮ ਕਰਨ ਲਈ ਦਿੱਤਾ ਗਿਆ। ਇਹ ਸਭ ਕੁਝ ਸੁਣ ਕੇ ਹਰਨਾਮ ਸਿੰਘ ਦਾ ਮਨ ਪਰੇਸ਼ਾਨ ਹੋ ਗਿਆ। ਇਹ ਜਾਣਨਾ ਚਾਹੁੰਦੇ ਸੀ ਕਿ ਆਖਿਰ ਮਨਜੀਤ ਕੌਰ ਜੀ ਦੇ ਨਾਲ ਕੀ ਹੋਇਆ। ਇਸ ਲਈ ਥੋੜ੍ਹੀ ਦੇਰ ਬਾਅਦ ਵਿਭਾਗ ਵਿੱਚ ਮਨਜੀਤ ਕੌਰ ਜੀ ਦੇ ਕੋਲ ਗਏ ਅਤੇ ਹਰਨਾਮ ਸਿੰਘ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਮਨਜੀਤ ਕੌਰ ਥੋੜ੍ਹਾ ਪਰੇਸ਼ਾਨ ਹੋ ਗਈ। ਉਦੋਂ ਹੀ ਹਰਨਾਮ ਸਿੰਘ ਨੇ ਕਿਹਾ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਹਿਚਾਣ ਲਿਆ ਹੈ, ਲੇਕਿਨ ਮੈਂ ਜਾਣ ਸਕਦਾ ਹਾਂ ਕਿ ਇਸ ਹਾਲਤ ਵਿੱਚ ਇੱਥੇ ਕਿਵੇਂ ਪਹੁੰਚੇ? ਮਨਜੀਤ ਜੀ ਨੇ ਕੁਝ ਨਹੀਂ ਕਿਹਾ, ਪਰੰਤੂ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ। ਇਹ ਦੇਖ ਕੇ ਹਰਨਾਮ ਸਿੰਘ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਏ। ਉਹਨਾਂ ਦਾ ਦਿਲ ਕੀਤਾ ਕਿ ਜ਼ੋਰ-ਜ਼ੋਰ ਨਾਲ ਰੌਲਾ ਪਾਉਣ, ਇਸ ਦੁਨੀਆ ਤੋਂ ਪੁੱਛਣ ਕਿ ਬੁਢਾਪੇ ਵਿੱਚ ਬੁੱਢੇ ਮਾਂ-ਬਾਪ ਨੂੰ ਪੁਰਾਣਾ ਸਮਾਨ ਸਮਝ ਕੇ ਬਾਹਰ ਕਿਉਂ ਕੱਢ ਦਿੱਤਾ ਜਾਂਦਾ ਹੈ। ਮੈਂ ਪੁੱਛਦਾ ਹਾਂ ਕਿ ਬਜ਼ੁਰਗਾਂ ਦਾ ਕੋਈ ਆਤਮ ਸਨਮਾਨ ਨਹੀਂ? ਆਪਣੇ ਹੀ ਵਿਚਾਰਾਂ ਵਿੱਚ ਮਗਨ ਹਰਨਾਮ ਸਿੰਘ ਬਿਰਧ ਆਸ਼ਰਮ ਦੇ ਵਿਹੜੇ ਵਿੱਚ ਟਹਿਲ ਰਿਹਾ ਸੀ। ਅਚਾਨਕ ਉਸ ਦਾ ਪੈਰ ਕਿਨਾਰੇ ਤੋਂ ਟਕਰਾਇਆ ਅਤੇ ਉਹ ਡਿੱਗਦੇ-ਡਿੱਗਦੇ ਇੱਕ ਦਰਖਤ ਨੂੰ ਫੜ ਕੇ ਸੰਭਲ ਗਏ। ਉਦੋਂ ਹੀ ਕੋਲ ਦੀ ਗੁਜ਼ਰ ਰਿਹਾ ਇੱਕ ਬਿਰਧ ਆਸ਼ਰਮ ਦਾ ਕਰਮਚਾਰੀ ਕਹਿੰਦਾ, ਅੰਕਲ ਜੀ, ਤੁਸੀਂ ਠੀਕ ਤਾਂ ਹੋ ਨਾ? ਕਿਤੇ ਚੋਟ ਤਾਂ ਨਹੀਂ ਲੱਗੀ? ਆਪਣਾ ਪੈਰ ਦਿਖਾਓ, ਚੋਟ ਲੱਗੀ ਹੋਈ ਤਾਂ ਮੈਂ ਹੁਣੇ ਪੱਟੀ ਕਰ ਦਿੰਦਾ ਹਾਂ। ਹਰਨਾਮ ਸਿੰਘ ਕਹਿਣ ਲੱਗਿਆ, ਨਹੀਂ ਨਹੀਂ, ਕੁਝ ਜ਼ਿਆਦਾ ਚੋਟ ਨਹੀਂ ਲੱਗੀ, ਬਚਾਅ ਹੋ ਗਿਆ। ਇੰਨਾ ਕਹਿੰਦੇ ਹੋਏ ਹਰਨਾਮ ਸਿੰਘ ਵਿਹੜੇ ਵਿੱਚ ਰੱਖੇ ਬੈਂਚ 'ਤੇ ਜਾ ਕੇ ਬੈਠ ਗਿਆ ਅਤੇ ਕੁਝ ਮਹੀਨੇ ਪਹਿਲਾਂ ਘਟੀ ਇੱਕ ਘਟਨਾ ਨੂੰ ਯਾਦ ਕਰਨ ਲੱਗੇ, ਜਦੋਂ ਉਹ ਬਾਥਰੂਮ ਵਿੱਚ ਤਿਲਕ ਕੇ ਡਿੱਗ ਪਏ ਸੀ ਅਤੇ ਉਹਨਾਂ ਦੇ ਪੈਰ ਵਿੱਚ ਬਹੁਤ ਜ਼ਿਆਦਾ ਚੋਟ ਲੱਗ ਗਈ ਸੀ। ਉਹਨਾਂ ਦੀ ਬਹੂ ਚੋਟ ਨੂੰ ਦੇਖ ਕੇ ਅਣਦੇਖਾ ਕਰਕੇ ਆਪਣੇ ਕੰਮ ਵਿੱਚ ਲੱਗੀ ਰਹੀ ਅਤੇ ਉਹਨਾਂ ਦਾ ਬੇਟਾ ਚਲਾ ਕੇ ਬੋਲ ਰਿਹਾ ਸੀ, ਸੰਭਲ ਕੇ ਕੰਮ ਨਹੀਂ ਕਰ ਸਕਦੇ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੁਸੀਂ ਇੰਨੀ ਕਾਹਲੀ ਵਿੱਚ ਕਿਉਂ ਰਹਿੰਦੇ ਹੋ। ਕੋਈ ਕੰਮ ਠੀਕ ਤਰ੍ਹਾਂ ਨਾਲ ਨਹੀਂ ਕੀਤਾ ਜਾਂਦਾ। ਜਦੋਂ ਦੇਖੋ ਚੋਟ ਸੱਟ ਲਵਾ ਕੇ ਬਹਿ ਜਾਂਦੇ ਹੋ ਤੇ ਸਾਡਾ ਕੰਮ ਵਧਾ ਰੱਖਦੇ ਹੋ। ਜੇ ਕੋਈ ਕੰਮ ਨਹੀਂ ਹੁੰਦਾ ਤਾਂ ਨਾ ਕਰਿਆ ਕਰੋ। ਆਰਾਮ ਨਾਲ ਆਪਣੇ ਕਮਰੇ ਵਿੱਚ ਕਿਉਂ ਨਹੀਂ ਬੈਠਦੇ? ਪੂਰਾ ਦਿਨ ਇੱਧਰ ਉੱਧਰ ਘੁੰਮਦੇ ਹੀ ਰਹਿੰਦੇ ਹੋ। ਉਹਦੇ ਤੋਂ ਇੰਨਾ ਵੀ ਨਾ ਬਣ ਪਾਇਆ ਕਿ ਆਪਣੇ ਪਿਤਾ ਦਾ ਹਾਲ ਚਾਲ ਪੁੱਛੇ ਜਾਂ ਚੋਟ 'ਤੇ ਮੱਲਮ ਪੱਟੀ ਕਰੇ। ਨਾ ਜਾਣੇ ਇੰਨਾ ਕਿੰਨੀ ਵਾਰ ਹੋਇਆ ਸੀ। ਜਦੋਂ ਹਰਨਾਮ ਸਿੰਘ ਆਪਣੇ ਬੇਟੇ ਬਹੂ ਤੋਂ ਅਪਮਾਨਿਤ ਹੋ ਚੁੱਕੇ ਸੀ। ਆਪਣੇ ਅਤੀਤ ਵਿੱਚ ਝਾਕਦੇ ਹੋਏ ਹਰਨਾਮ ਸਿੰਘ ਆਪਣੇ ਵਿਚਾਰਾਂ ਵਿੱਚ ਖੋਏ ਹੋਏ ਸੀ। ਉਦੋਂ ਹੀ ਸਾਹਮਣੇ ਤੋਂ ਉਹਨਾਂ ਦੇ ਬਜ਼ੁਰਗ ਮਿੱਤਰ ਸੁਰਜੀਤ ਜੀ ਵੀ ਆਉਂਦੇ ਹੋਏ ਦਿਖਾਈ ਦਿੱਤੇ। ਸੁਰਜੀਤ ਜੀ ਦੇ ਚਿਹਰੇ ਉੱਤੇ ਮੁਸਕਰਾਹਟ ਸੀ। ਉਹਨਾਂ ਨੂੰ ਦੇਖ ਕੇ ਹਰਨਾਮ ਸਿੰਘ ਬੋਲੇ, ਕੀ ਗੱਲ ਹੈ ਸੁਰਜੀਤ ਸਿੰਘ, ਅੱਜ ਤਾਂ ਬੜੇ ਖੁਸ਼ ਨਜ਼ਰ ਆ ਰਹੇ ਹਾਂ। ਸੁਰਜੀਤ ਸਿੰਘ ਨੇ ਕਿਹਾ, ਅੱਜ ਮੇਰੇ ਬੇਟੇ ਦਾ ਜਨਮ ਦਿਨ ਹੈ। ਉਹਦਾ ਫੋਨ ਆਇਆ ਸੀ ਕਿ ਅੱਜ ਉਹ ਮੈਨੂੰ ਮਿਲਣ ਆਉਣ ਵਾਲਾ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ।
ਬਹੁਤ ਦਿਨਾਂ ਬਾਅਦ ਅੱਜ ਉਹਦਾ ਚਿਹਰਾ ਦੇਖਣ ਨੂੰ ਮਿਲੂਗਾ। ਸੁਰਜੀਤ ਦੀਆਂ ਗੱਲਾਂ ਸੁਣ ਕੇ ਹਰਨਾਮ ਕੁਝ ਪਰੇਸ਼ਾਨ ਹੋ ਗਿਆ ਅਤੇ ਆਪਣੇ ਮਿੱਤਰ ਨੂੰ ਬੋਲੇ, ਜਿਸ ਮੁੰਡੇ ਨੇ ਤੇਰੀ ਇਹ ਹਾਲਤ ਕਰ ਦਿੱਤੀ, ਤੈਨੂੰ ਆਸ਼ਰਮ ਵਿੱਚ ਛੱਡ ਕੇ ਚਲਾ ਗਿਆ, ਸਾਲ ਵਿੱਚ ਕੇਵਲ ਕੁਝ ਦੇਰ ਦੇ ਲਈ ਤੈਨੂੰ ਮਿਲਣ ਦੇ ਲਈ ਆਉਂਦਾ, ਤੂੰ ਉਸ ਬੇਟੇ ਦੇ ਲਈ ਖੁਸ਼ ਹੋ ਰਿਹਾ। ਉਦੋਂ ਹੀ ਸੁਰਜੀਤ ਸਿੰਘ ਬੋਲਿਆ, ਮੈਂ ਤਾਂ ਇਸ ਨਾਲ ਹੀ ਖੁਸ਼ ਹਾਂ, ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਲੇਕਿਨ ਹਰਨਾਮ ਸਿੰਘ ਉਹਨਾਂ ਨਾਲ ਨਾਰਾਜ਼ ਹੋ ਕੇ ਉਹਨਾਂ ਦੀ ਗੱਲ ਨੂੰ ਬਿਨਾਂ ਸੁਣੇ ਆਪਦੇ ਕਮਰੇ ਵਿੱਚ ਜਾ ਕੇ ਬੈਠ ਗਿਆ। ਸੋਚਣ ਲੱਗਿਆ ਕਿ ਨਹੀਂ, ਇਹ ਕਿੱਸਾ ਕੇਵਲ ਮੇਰੇ ਨਾਲ ਨਹੀਂ, ਇਹ ਮਨਜੀਤ ਕੌਰ ਜੀ ਨਾਲ ਹੀ ਨਹੀਂ, ਇੱਥੇ ਰਹਿਣ ਵਾਲੇ ਹਰ ਬਜ਼ੁਰਗ ਦੀ ਕੋਈ ਨਾ ਕੋਈ ਕਹਾਣੀ ਹੈ ਅਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਿਰਧ ਆਸ਼ਰਮ ਵਿੱਚ ਰਹਿਣ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੈ। ਬਿਨਾਂ ਕਿਸੇ ਵਜ੍ਹਾ ਦੀ ਆਪਣੀ ਮਰਜ਼ੀ ਨਾਲ ਕੋਈ ਬਿਰਧ ਆਸ਼ਰਮ ਵਿੱਚ ਨਹੀਂ ਆਉਂਦਾ। ਜਦੋਂ ਤੱਕ ਕਿ ਬੰਦਾ ਅੰਦਰ ਘਰ ਨਹੀਂ ਕਰ ਜਾਂਦਾ, ਇੱਥੋਂ ਤੱਕ ਇੱਥੇ ਆਉਣ ਲਈ ਮਜਬੂਰ ਨਹੀਂ ਹੁੰਦਾ। ਲੇਕਿਨ ਦੇਖੋ, ਸਾਰੇ ਲੋਕ ਆਪਣੀ ਉਹਨਾਂ ਕੌੜੀਆਂ ਯਾਦਾਂ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਨੂੰ ਇੱਥੇ ਬਿਤਾਉਣ ਦੇ ਲਈ ਮਜਬੂਰ ਨੇ। ਕੁਝ ਲੋਕ ਸਮੇਂ ਦੇ ਹਿਸਾਬ ਨਾਲ ਖੁਦ ਨੂੰ ਠੀਕ ਕਰ ਲੈਂਦੇ ਨੇ ਅਤੇ ਕੁਝ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਕਿ ਕੁਝ ਲੋਕ ਮੇਰੇ ਵਰਗੇ ਜੋ ਹਮੇਸ਼ਾ ਹੀ ਆਪਣੇ ਬੱਚਿਆਂ ਅਤੇ ਆਪਣੇ ਬੇਟੇ ਬਹੂ ਨੂੰ ਆਪਦੇ ਪੋਤੇ ਪੋਤੀ ਨੂੰ ਯਾਦ ਕਰਕੇ ਅੱਖਾਂ ਵਿੱਚ ਹੰਝੂ ਬਹਾਉਂਦੇ ਰਹਿੰਦੇ ਨੇ। ਵਾਰ-ਵਾਰ ਆਪਣੇ ਘਰ ਪਰਿਵਾਰ ਦੀ ਯਾਦ ਆਉਂਦੀ ਹੈ, ਮਨ ਵਿੱਚ ਆਪਣੇ ਘਰ ਦੇ ਲਈ ਲਗਾਵ ਵੀ ਹੈ, ਲੇਕਿਨ ਉਸ ਘਰ ਵਿੱਚ ਰਹਿਣ ਵਾਲੇ ਬੇਟੇ ਬਹੂ ਦੇ ਲਈ ਕੋਈ ਨਾਰਾਜ਼ਗੀ ਵੀ ਹੈ। ਇੱਕ ਦਿਨ ਬਿਰਧ ਆਸ਼ਰਮ ਦਾ ਕਰਮਚਾਰੀ ਉਹਨਾਂ ਦੇ ਕੋਲ ਆਇਆ ਅਤੇ ਕਿਹਾ, ਹਰਨਾਮ ਸਿੰਘ ਜੀ, ਤੁਹਾਡਾ ਬੇਟਾ ਅਤੇ ਬਹੂ ਤੁਹਾਨੂੰ ਮਿਲਣ ਆਏ ਨੇ, ਉਹਨਾਂ ਦੇ ਨਾਲ ਤੁਹਾਡਾ ਪੋਤਾ ਵੀ ਹੈ। ਇਹ ਗੱਲ ਸੁਣ ਕੇ ਹਰਨਾਮ ਸਿੰਘ ਹੈਰਾਨ ਹੋ ਗਏ ਅਤੇ ਨਾਲ ਦੀ ਨਾਲ ਉਹਨਾਂ ਦੇ ਚਿਹਰੇ 'ਤੇ ਨਫ਼ਰਤ ਦੇ ਭਾਵ ਵੀ ਦਿਖਾਈ ਦੇਣ ਲੱਗੇ। ਸੋਚਣ ਲੱਗਿਆ ਕਿ ਅੱਜ ਮੇਰੇ ਬੇਟੇ ਨੂੰ ਮੇਰੀ ਯਾਦ ਕਿਵੇਂ ਆ ਗਈ। ਜਦੋਂ ਆਸ਼ਰਮ ਵਿੱਚ ਆਇਆ ਸੀ, ਉਸ ਸਮੇਂ ਉਹਨਾਂ ਦਾ ਪੋਤਾ ਸੋਨੂ ਉਹਨਾਂ ਨੂੰ ਦੇਖਦੇ ਹੀ ਦਾਦੂ ਦਾਦੂ ਬੋਲਦਾ ਹੋਇਆ ਝੱਟ ਨਾਲ ਉਹਨਾਂ ਦੀਆਂ ਲੱਤਾਂ ਨੂੰ ਚਿਪਕ ਜਾਂਦਾ ਸੀ। ਹਰਨਾਮ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਛਲਕ ਪਏ। ਹੁਣ ਉਹ ਮਨ ਮਾਰ ਕੇ ਬਿਰਧ ਆਸ਼ਰਮ ਵਿੱਚ ਜਿਵੇਂ ਕਿਵੇਂ ਜੀ ਰਹੇ ਸੀ, ਲੇਕਿਨ ਆਪਦੇ ਪੁੱਤ ਨੂੰ ਦੇਖਦੇ ਹੀ ਉਹਨਾਂ ਦਾ ਦਿਲ ਕਮਜ਼ੋਰ ਹੋਣ ਲੱਗਿਆ। ਪਰੰਤੂ ਫਿਰ ਅਚਾਨਕ ਦਿਮਾਗ ਵਿੱਚ ਵਿਚਾਰ ਆਇਆ ਕਿ ਇਹ ਵਕਤ ਮਜ਼ਬੂਤੀ ਤੂੰ ਆਪਣੇ ਫੈਸਲੇ 'ਤੇ ਟਿਕੇ ਰਹਿਣ ਦਾ ਹੈ। ਇਵੇਂ ਸੋਚਦੇ ਹੋਏ ਗੁੱਸੇ ਨਾਲ ਆਪਣੇ ਬੇਟੇ ਨੂੰ ਦੇਖਦੇ ਹੋਏ ਬੋਲੇ, ਤੂੰ ਇੱਥੇ ਕੀ ਕਰਨ ਆਇਆ ਹੈ? ਚਲਿਆ ਜਾ ਇੱਥੋਂ, ਇੱਥੇ ਮੈਨੂੰ ਕਿਸੇ ਨੂੰ ਮਿਲਣ ਦੀ ਜ਼ਰੂਰਤ ਨਹੀਂ ਹੈ। ਮੈਂ ਇੱਥੇ ਬਹੁਤ ਖੁਸ਼ ਹਾਂ ਅਤੇ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਕੱਟ ਰਿਹਾ ਹਾਂ। ਕਮ ਸੇ ਕਮ ਇੱਥੇ ਮੇਰੇ ਨਾਲ ਕੋਈ ਹੱਸਣ ਬੋਲਣ ਵਾਲਾ ਤਾਂ ਹੈ। ਪਿਤਾ ਜੀ, ਦਰਅਸਲ ਗੱਲ ਇਹ ਹੈ ਕਿ ਅੱਜ ਸੋਨੂ ਦਾ ਜਨਮ ਦਿਨ ਹੈ। ਆਪਾਂ ਘਰ ਵਿੱਚ ਪਾਰਟੀ ਰੱਖੀ ਹੈ। ਸੋਨੂ ਦੀ ਖਵਾਇਸ਼ ਹੈ ਕਿ ਤੁਸੀਂ ਉਸ ਦੇ ਜਨਮ ਦਿਨ 'ਤੇ ਉਸ ਦੇ ਨਾਲ ਰਹੋ, ਪਰ ਜੇ ਤੁਸੀਂ ਆਓਗੇ ਤਾਂ ਆਪਦੇ ਪੋਤੇ ਨੂੰ, ਤੁਹਾਡੇ ਪੋਤੇ ਨੂੰ ਵੀ ਬਹੁਤ ਚੰਗਾ ਲੱਗੇਗਾ। ਹਰਨਾਮ ਸਿੰਘ ਬੋਲੇ, ਦੇਖੋ, ਮੈਂ ਉਹ ਘਰ ਛੱਡ ਚੁੱਕਿਆ ਹਾਂ ਅਤੇ ਮੇਰਾ ਉੱਥੇ ਦੁਬਾਰਾ ਜਾਣਾ ਮੈਂ ਨਹੀਂ ਚਾਹੁੰਦਾ। ਇਸ ਸਮੇਂ ਉਹਨਾਂ ਦਾ ਬੇਟਾ ਬੋਲਿਆ, ਪਿਤਾ ਜੀ, ਤੁਸੀਂ ਘਰੇ ਚੱਲੋ, ਉੱਥੇ ਤੁਹਾਡੇ ਮਿੱਤਰ ਵੀ ਪਾਰਟੀ 'ਤੇ ਆ ਰਹੇ ਨੇ, ਮੈਂ ਉਹਨਾਂ ਨੂੰ ਵੀ ਬੁਲਾਇਆ ਹੈ। ਸਾਰੇ ਆਂਢ ਗੁਆਂਢ ਵਾਲੇ ਅਤੇ ਰਿਸ਼ਤੇਦਾਰ ਵੀ ਆਉਣਗੇ, ਸਭ ਲੋਕ ਆਉਣਗੇ, ਤੁਹਾਡੇ ਬਾਰੇ ਪੁੱਛਣਗੇ ਤਾਂ ਅਸੀਂ ਕੀ ਕਹਾਂਗੇ? ਉਦੋਂ ਹੀ ਹਰਨਾਮ ਸਿੰਘ ਬੋਲੇ, ਅੱਛਾ, ਤਾਂ ਅੱਜ ਤੈਨੂੰ ਆਪਣੇ ਬੇਟੇ ਦੇ ਜਨਮ ਦਿਨ 'ਤੇ ਬੁਲਾਉਣ ਦੇ ਲਈ ਨਹੀਂ, ਬਲਕਿ ਆਪਣੀ ਇੱਜ਼ਤ ਦੇ ਬਚਾਉਣ ਦੇ ਲਈ ਤੂੰ ਮੈਨੂੰ ਪਾਰਟੀ ਵਿੱਚ ਬੁਲਾਉਣ ਲਈ ਆਇਆ ਹੈ। ਸਾਰੇ ਰਿਸ਼ਤੇਦਾਰ ਆਉਣਗੇ ਤਾਂ ਪੁੱਛਣਗੇ ਤੇਰੇ ਪਿਤਾ ਜੀ ਕਿੱਥੇ ਨੇ, ਤਾਂ ਤੂੰ ਕੀ ਜਵਾਬ ਦੇਵੇਂਗਾ? ਇਸ ਲਈ ਤੂੰ ਮੈਨੂੰ ਬੁਲਾਉਣ ਆਇਆ ਹੈ। ਤੂੰ ਇੱਥੋਂ ਹੁਣ ਚਲਿਆ ਜਾ, ਮੈਂ ਕਿਤੇ ਨਹੀਂ ਜਾਣ ਵਾਲਾ। ਤੁਸੀਂ ਲੋਕ ਕਿੰਨੇ ਸਵਾਰਥੀ ਹੋ ਗਏ ਹੋ, ਜ਼ਰੂਰਤ ਪਈ ਤਾਂ ਮੈਨੂੰ ਬੁਲਾਉਣ ਆ ਗਏ, ਨਹੀਂ ਤਾਂ ਇੰਨੇ ਮਹੀਨਿਆਂ ਤੋਂ ਮੈਂ ਬਿਰਧ ਆਸ਼ਰਮ ਵਿੱਚ ਹਾਂ, ਇੱਕ ਵਾਰ ਵੀ ਮੇਰੀ ਖਬਰ ਲੈਣ ਨਹੀਂ ਆਏ ਕਿ ਮੈਂ ਜਿਉਂਦਾ ਹਾਂ ਜਾਂ ਮਰ ਗਿਆ। ਇਹਨਾਂ ਦਾ ਕੀ, ਤੁਸੀਂ ਫੋਨ ਕਰਕੇ ਵੀ ਮੇਰਾ ਹਾਲ ਚਾਲ ਨਹੀਂ ਪੁੱਛ ਸਕੇ, ਨਾ ਹੀ ਪੁੱਛਣ ਦੀ ਜ਼ਰੂਰਤ ਸਮਝੀ। ਤੁਸੀਂ ਲੋਕਾਂ ਨੇ ਇੰਨਾ ਤੱਕ ਨਹੀਂ ਪੁੱਛਿਆ ਕਿ ਘਰ ਛੱਡ ਕੇ ਬਿਰਧ ਆਸ਼ਰਮ ਵਿੱਚ ਕਿਉਂ ਚਲੇ ਗਏ। ਅੱਜ ਜ਼ਰੂਰਤ ਪਈ ਤਾਂ ਹੱਥ ਜੋੜ ਕੇ ਮੈਨੂੰ ਲੈਣ ਆ ਗਏ। ਨਹੀਂ, ਅੱਜ ਤੋਂ ਇਹ ਮੇਰਾ ਘਰ ਹੈ, ਮੈਂ ਕਿਤੇ ਨਹੀਂ ਜਾਊਂਗਾ ਆਪਣੇ ਘਰ ਨੂੰ ਛੱਡ ਕੇ। ਇੰਨਾ ਕਹਿੰਦੇ ਹੋਏ ਹਰਨਾਮ ਸਿੰਘ ਆਪਣੇ ਕਮਰੇ ਦੇ ਵੱਲ ਜਾਣ ਲੱਗਿਆ। ਉਦੋਂ ਹੀ ਬੇਟਾ ਤੇ ਬਹੂ ਦੋਨਾਂ ਨੇ ਆਪਸ ਵਿੱਚ ਪਲਾਨ ਬਣਾਇਆ ਕਿ ਪਿਤਾ ਜੀ ਇਵੇਂ ਨਹੀਂ ਮੰਨਣਗੇ, ਕੁਝ ਤਾਂ ਕਰਨਾ ਹੀ ਪਵੇਗਾ। ਉਦੋਂ ਹੀ ਆਪਾਂ
ਉਹਨਾਂ ਨੂੰ ਘਰ ਲੈ ਜਾ ਸਕਾਂਗੇ ਅਤੇ ਰਿਸ਼ਤੇਦਾਰਾਂ ਦੇ ਤਾਨੇ ਸੁਣਨ ਤੋਂ ਬਚ ਸਕਾਂਗੇ। ਇਸ ਲਈ ਦੋਨਾਂ ਨੇ ਰੋਣੀ ਸੂਰਤ ਲੈ ਕੇ ਹਰਨਾਮ ਸਿੰਘ ਦੇ ਕੋਲ ਗਏ ਅਤੇ ਰੋਂਦੇ ਕਰਲਾਉਂਦੇ ਹੋਏ ਕਹਿਣ ਲੱਗੇ, ਪਿਤਾ ਜੀ, ਸਾਨੂੰ ਮਾफ़ ਕਰ ਦਿਓ, ਤੁਹਾਡੇ ਪੋਤੇ ਦਾ ਜਨਮ ਦਿਨ ਹੈ। ਕੀ ਤੁਸੀਂ ਆਪਣੇ ਪੋਤੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਨਹੀਂ ਹੋਵੋਗੇ? ਤੁਹਾਡਾ ਮਨ ਨਹੀਂ ਕਰ ਰਿਹਾ। ਇੰਨੀ ਗੱਲ ਸੁਣ ਕੇ ਹਰਨਾਮ ਸਿੰਘ ਦਾ ਦਿਲ ਪਿਘਲਣ ਲੱਗਾ। ਉਦੋਂ ਹੀ ਸੋਨੂੰ ਬੋਲਿਆ, ਚਲੋ ਦਾਦੂ, ਬਹੁਤ ਮਸਤੀ ਕਰਾਂਗੇ। ਆਪਣੇ ਪੋਤੇ ਦੀ ਗੱਲ ਸੁਣ ਕੇ ਹਰਨਾਮ ਸਿੰਘ ਖੁਦ ਨੂੰ ਰੋਕ ਨਹੀਂ ਸਕੇ, ਪਰ ਦੋਨਾਂ ਬੇਟੇ ਤੇ ਬਹੂ ਦੀ ਕਰਤੂਤ ਦੀ ਵਜ੍ਹਾ ਨਾਲ ਘਰ ਨਹੀਂ ਜਾਣਾ ਚਾਹੁੰਦੇ ਸੀ। ਲੇਕਿਨ ਸੋਨੂੰ ਨੇ ਕਿਹਾ ਤਾਂ ਉਹ ਘਰ ਜਾਣ ਨੂੰ ਤਿਆਰ ਹੋ ਗਏ। ਫਿਰ ਬੋਲੇ, ਲੇਕਿਨ ਮੇਰੀ ਇੱਕ ਸ਼ਰਤ ਹੈ, ਮੈਂ ਘਰ ਚੱਲੂੰਗਾ ਅਤੇ ਜਿਵੇਂ ਹੀ ਸੋਨੂੰ ਦਾ ਜਨਮ ਦਿਨ ਹੋ ਜਾਵੇਗਾ ਉਸ ਦੇ ਬਾਅਦ ਮੈਨੂੰ ਬਿਰਧ ਆਸ਼ਰਮ ਵਾਪਸ ਆਉਣਾ ਹੈ ਅਤੇ ਤੁਸੀਂ ਲੋਕ ਮੈਨੂੰ ਆਸ਼ਰਮ ਤੱਕ ਛੱਡਣ ਆਓਗੇ। ਬੇਟਾ ਬਹੂ ਇਸ ਗੱਲ ਦੇ ਲਈ ਤਿਆਰ ਹੋ ਗਏ। ਸੋਨੂੰ ਦਾ ਜਨਮ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਰਿਸ਼ਤੇਦਾਰ ਅਤੇ ਆਸ ਪੜੋਸ ਦੇ ਲੋਕ ਬਹੁਤ ਚੰਗੀ ਤਰ੍ਹਾਂ ਮਿਲਦੇ ਜੁਲਦੇ। ਹਰਨਾਮ ਸਿੰਘ ਨੇ ਪੁਰਾਣੇ ਮਿੱਤਰ ਵੀ ਅੱਜ ਬਹੁਤ ਦਿਨਾਂ ਤੋਂ ਬਾਅਦ ਮਿਲੇ, ਪਰੰਤੂ ਹਰਨਾਮ ਸਿੰਘ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਅਤੇ ਹੱਸਦੇ ਮੁਸਕਰਾਉਂਦੇ ਹੋਏ ਪੂਰੀ ਪਾਰਟੀ ਦਾ ਆਨੰਦ ਮਾਣਿਆ। ਪਰੰਤੂ ਉਹਨਾਂ ਦੇ ਮਨ ਵਿੱਚ ਵਿਚਾਰ ਚੱਲ ਰਹੇ ਸੀ। ਉਹ ਸੋਚ ਰਹੇ ਸੀ ਕਿ ਕੱਲ੍ਹ ਆਪਣੇ ਬੇਟੇ ਬਹੂ ਨੂੰ ਜੋ ਸਰਪ੍ਰਾਈਜ਼ ਮੈਂ ਦੇਣ ਵਾਲਾ ਹਾਂ, ਉਸ ਦੀ ਤਾਂ ਉਹਨਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਊਗੀ। ਉਸ ਸਮੇਂ ਹਰਨਾਮ ਸਿੰਘ ਘਰੇ ਹੀ ਰੁਕ ਗਏ। ਜਦੋਂ ਆਪਣੇ ਕਮਰੇ ਵਿੱਚ ਸੌਣ ਲਈ ਗਏ ਤਾਂ ਆਪਣੀ ਪਤਨੀ ਦੀਆਂ ਗੱਲਾਂ ਦੀਆਂ ਯਾਦਾਂ ਵਿੱਚ ਖੋ ਗਏ। ਤੁਸੀਂ ਵੀ ਨਾ, 2 ਰੋਟੀਆਂ ਨਾਲ ਕੀ ਪੇਟ ਭਰਦਾ ਹੈ? 1 ਰੋਟੀ ਤਾਂ ਹੋਰ ਖਾ ਲਓ। ਮੇਰੇ ਕਹਿਣ 'ਤੇ ਤਾਂ ਖਾ ਲਓ। ਤੁਸੀਂ ਖਾਂਦੇ ਹੋ ਤਾਂ ਲੱਗਦਾ ਮੈਨੂੰ ਹੀ ਹੈ। ਨਹੀਂ, ਮੇਰਾ ਪੇਟ ਭਰ ਚੁੱਕਿਆ ਹੈ। ਹੋਰ ਕਿੰਨਾ ਕੁ ਖਵਾਵੇਂਗੀ? ਆਪਣੀ ਪਤਨੀ ਨੂੰ ਯਾਦ ਕਰਦੇ ਕਰਦੇ ਹਰਨਾਮ ਸਿੰਘ ਸੋਚਣ ਲੱਗਿਆ ਕਿ ਇੱਕ ਨਸੀਬ ਕੌਰ ਸੀ ਜੋ ਮੈਨੂੰ 1 ਗਲਾਸ ਪਾਣੀ ਵੀ ਖੁਦ ਚੱਕਣ ਨਹੀਂ ਸੀ ਦਿੰਦੀ, ਅਤੇ ਇੱਕ ਉਹਨਾਂ ਦੀ ਬਹੂ ਹੈ ਜਿਹਨੇ ਮੈਨੂੰ ਇੱਕ ਰੋਟੀ ਦੇ ਲਈ ਤਰਸਾ ਦਿੱਤਾ। ਛੋਟੇ ਤੋਂ ਛੋਟਾ ਕੰਮ ਵੀ ਮੇਰੇ ਉੱਤੇ ਹੀ ਸਿੱਟ ਦਿੰਦੀ ਹੈ। ਸਬਜ਼ੀ ਲਿਆਉਣ ਤੋਂ ਲੈ ਕੇ ਘਰ ਦੀ ਸਾਫ਼ ਸਫਾਈ ਤੱਕ ਸਾਰਾ ਕੰਮ ਮੇਰੇ ਤੋਂ ਹੀ ਕਰਵਾਉਂਦੀ ਰਹੀ। ਮੈਨੂੰ ਕੰਮ ਕਰਨ ਵਿੱਚ ਕੋਈ ਹਰਜ ਨਹੀਂ ਸੀ, ਪਰ ਸਭ ਕਰਨ ਤੋਂ ਬਾਅਦ ਜੇ ਘਰ ਵਿੱਚ ਇੱਜ਼ਤ ਨਾ ਮਿਲੇ ਤਾਂ ਇਹੋ ਜਿਹੀ ਜ਼ਿੰਦਗੀ ਕਿਸੇ ਕੰਮ ਦੀ ਨਹੀਂ। ਆਪਣੀ ਪਤਨੀ ਦੀਆਂ ਯਾਦਾਂ ਵਿੱਚ ਗੁੰਮ ਪਤਾ ਨਹੀਂ ਕਦੋਂ ਉਹਨਾਂ ਦੀ ਅੱਖ ਲੱਗ ਗਈ। ਸੁਬਾਹ ਸੌਂ ਕੇ ਉੱਠੇ ਤਾਂ ਵੇਖਿਆ ਬੇਟਾ ਤੇ ਬਹੂ ਦੋਨੋਂ ਤਿਆਰ ਹੋ ਕੇ ਖੜੇ ਸੀ। ਜਿਵੇਂ ਹੀ ਉਹ ਬਾਹਰ ਆਏ ਤਾਂ ਬਹੂ ਬੋਲੀ, ਪਿਤਾ ਜੀ, ਤਿਆਰ ਹੋ ਜਾਓ, ਤੁਹਾਨੂੰ ਵਾਪਸ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਾਂ। ਇੰਜ ਕਹਿੰਦੇ ਹੋਏ ਉਹਨਾਂ ਦੀ ਬਹੂ ਦੇ ਮਨ ਵਿੱਚ ਵਿਚਾਰ ਚੱਲ ਰਹੇ ਸੀ ਕਿ ਕਿਤੇ ਪਿਤਾ ਜੀ ਹਮੇਸ਼ਾ ਦੇ ਲਈ ਇੱਥੇ ਨਾ ਰੁਕ ਜਾਣ ਤੇ ਰੁਕਣ ਦਾ ਮਨ ਨਾ ਬਣਾ ਲੈਣ। ਇਸ ਲਈ ਜਲਦੀ ਤੋਂ ਜਲਦੀ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦੇਣਾ ਹੀ ਚੰਗਾ ਹੋਊਗਾ। ਹਰਨਾਮ ਸਿੰਘ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਿਆ ਅਤੇ ਆਪਣੇ ਬੇਟੇ ਬਹੂ ਦੀ ਚਾਲ ਨੂੰ ਸਮਝ ਗਿਆ, ਅੱਛੀ ਤਰ੍ਹਾਂ ਨਾਲ ਸਮਝ ਗਿਆ। ਇਸ ਲਈ ਉਹ ਜਲਦੀ ਨਹਾ ਧੋ ਕੇ ਤਿਆਰ ਹੋ ਜਾਂਦੇ ਨੇ। ਜਿਵੇਂ ਹੀ ਬਿਰਧ ਆਸ਼ਰਮ ਵਿੱਚ ਜਾਣ ਲਈ ਗੱਡੀ ਵਿੱਚ ਬੈਠਣ ਲੱਗਦੇ ਨੇ, ਉਹ ਦੇਖਦੇ ਨੇ ਕਿ ਉਹਨਾਂ ਦੀ ਬਹੂ ਦੇ ਚਿਹਰੇ 'ਤੇ ਇੱਕ ਸੰਤੁਸ਼ਟੀ ਭਰੀ ਮੁਸਕਾਨ ਸੀ। ਮਨ ਹੀ ਮਨ ਸੋਚਣ ਲੱਗੀ ਕਿ ਚਲੋ ਬੇਟਾ, ਅੱਜ ਤੈਨੂੰ ਜੋ ਸਰਪ੍ਰਾਈਜ਼ ਦੇਵਾਂਗਾ ਉਸ ਤੋਂ ਬਾਅਦ ਤਾਂ ਤੁਸੀਂ ਬਿਰਧ ਆਸ਼ਰਮ ਦਾ ਨਾਮ ਤੱਕ ਲੈਣਾ ਵੀ ਭੁੱਲ ਜਾਓਗੇ। ਹਰਨਾਮ ਸਿੰਘ ਐਵੇਂ ਸੋਚ ਕੇ ਕਾਰ ਵਿੱਚ ਬੈਠ ਜਾਂਦੇ ਨੇ। ਇੱਕ ਪਲ ਦੇ ਲਈ ਉਹ ਆਪਣੇ ਘਰ ਨੂੰ ਦੇਖਦੇ ਨੇ, ਫਿਰ ਸੋਚਦੇ ਨੇ ਕਿ ਠੀਕ ਹੈ, ਜਿੱਥੇ ਮਨ ਨੂੰ ਤਸੱਲੀ ਨਾ ਮਿਲੇ ਉੱਥੇ ਰਹਿਣਾ ਨਹੀਂ ਚਾਹੀਦਾ। ਇੱਥੇ ਤਾਂ ਬੇਟੇ ਤੇ ਬਹੂ ਨੇ ਮੈਨੂੰ ਕੱਢਣ ਦੀ ਬਹੁਤ ਜਲਦੀ ਹੈ, ਤਾਂ ਮੈਂ ਕੀ ਕਰਾਂ? ਆਪਣਾ ਬਿਰਧ ਆਸ਼ਰਮ ਵੀ ਚੰਗਾ ਹੈ, ਜਿੱਥੇ ਮੈਂ ਆਪਣੇ ਹਿਸਾਬ ਨਾਲ ਹੀ ਖਾਂਦਾ ਹਾਂ, ਆਪਣੇ ਹਿਸਾਬ ਨਾਲ ਹੀ ਰਹਿੰਦਾ ਹਾਂ ਤੇ ਆਪਣੇ ਮਨਪਸੰਦ ਦਾ ਕੰਮ ਕਰਦਾ ਹਾਂ। ਕਿਸੇ ਦੀ ਨੋਕ ਟੋਕ ਵੀ ਨਹੀਂ ਹੁੰਦੀ। ਜਿਵੇਂ ਹੀ ਬਿਰਧ ਆਸ਼ਰਮ ਦੇ ਸਾਹਮਣੇ ਕਾਰ ਰੁਕੀ ਤਾਂ ਬੇਟੇ ਬਹੂ ਕਾਰ ਤੋਂ ਉਤਰ ਕੇ ਬਾਹਰ ਖੜੇ ਹੋ ਗਏ। ਹਰਨਾਮ ਸਿੰਘ ਨੇ ਕਾਰ ਤੋਂ ਉਤਰੇ ਅਤੇ ਅੰਦਰ ਜਾਣ ਲੱਗੇ। ਜਾਂਦੇ ਜਾਂਦੇ ਰੁਕ ਗਏ ਅਤੇ ਪਿੱਛੇ ਮੁੜ ਕੇ ਆਪਣੇ ਬੇਟੇ ਤੇ ਬਹੂ ਨੂੰ ਆਵਾਜ਼ ਮਾਰੀ। ਉਹ ਦੋਵੇਂ ਆਪਣੀ ਕਾਰ ਵਿੱਚ ਬੈਠਣ ਹੀ ਲੱਗੇ ਸੀ। ਉਦੋਂ ਹੀ ਹਰਨਾਮ ਸਿੰਘ ਦੀ ਆਵਾਜ਼ ਸੁਣ ਕੇ ਰੁਕ ਗਏ। ਹਰਨਾਮ ਸਿੰਘ ਨੇ ਫਿਰ ਕਿਹਾ, ਵਾਪਸ ਨਾ ਜਾਓ, ਮੈਂ ਤੁਹਾਡੇ ਨਾਲ ਕਿਸੇ ਨੂੰ ਮਿਲਾਉਣਾ ਚਾਹੁੰਦਾ ਹਾਂ। ਮੈਂ ਉਹਨਾਂ ਦਾ ਬੇਟਾ ਅਤੇ ਬਹੂ ਉਹਨਾਂ ਦੇ ਪਿੱਛੇ ਪਿੱਛੇ ਚੱਲ ਗਏ। ਬਿਰਧ ਆਸ਼ਰਮ ਦੇ ਅੰਦਰ ਪਹੁੰਚ ਗਏ। ਹਰਨਾਮ ਸਿੰਘ ਉੱਥੇ ਕੰਮ ਕਰਨ ਵਾਲੇ ਇੱਕ ਬੰਦੇ ਨੂੰ
ਮਨਜੀਤ ਜੀ ਨੂੰ ਬੁਲਾਉਣ ਦੇ ਲਈ ਕਹਿੰਦਾ ਹੈ। ਮਨਜੀਤ ਜੀ ਜਿਵੇਂ ਹੀ ਬਾਹਰ ਆਈ ਤਾਂ ਦੇਖਦੇ ਹੀ ਉਹਨਾਂ ਦਾ ਬੇਟਾ ਹੈਰਾਨ ਹੋ ਗਿਆ ਅਤੇ ਬਹੂ ਵੀ ਜਿਵੇਂ ਕਿ ਸਫੈਦ ਹੀ ਹੋ ਗਈ ਹੋਵੇ। ਉਹਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ। ਭੱਜ ਕੇ ਮਨਜੀਤ ਜੀ ਨੂੰ ਗਲੇ ਲਾ ਕੇ ਫਟ ਕੇ ਰੋਣ ਲੱਗੀ ਅਤੇ ਬੋਲੀ, ਮਾਂ ਤੁਸੀਂ ਇੱਥੇ ਕੀ ਕਰ ਰਹੇ ਹੋ ਤੇ ਤੁਸੀਂ ਇੱਥੇ ਕਦੋਂ ਆਏ ਅਤੇ ਤੁਸੀਂ ਮੈਨੂੰ ਕੁਝ ਵੀ ਕਿਉਂ ਨਹੀਂ ਦੱਸਿਆ। ਪਰ ਉਹਦੀਆਂ ਗੱਲਾਂ ਦਾ ਜੀਤ ਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹਨਾਂ ਦੀ ਨੂੰਹ ਬੋਲੀ, ਮੈਨੂੰ ਤਾਂ ਇਹ ਲੱਗਿਆ ਸੀ ਕਿ ਤੁਸੀਂ ਭਰਾ ਤੇ ਭਾਬੀ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹੋ। ਕੱਲ ਹੀ ਮੇਰੀ ਭਾਬੀ ਨਾਲ ਗੱਲ ਹੋਈ ਸੀ, ਉਹਨਾਂ ਨੇ ਵੀ ਨਹੀਂ ਦੱਸਿਆ ਕਿ ਤੁਸੀਂ ਬਿਰਧ ਆਸ਼ਰਮ ਵਿੱਚ ਹੋ। ਮੈਂ ਭਾਬੀ ਨੂੰ ਤੁਹਾਡੇ ਬਾਰੇ ਕਿੰਨੇ ਦਿਨਾਂ ਤੋਂ ਪੁੱਛ ਰਹੀ ਸੀ ਕਿ ਮਾਂ ਨਾਲ ਗੱਲ ਕਰਵਾ ਦਿਓ, ਮਾਂ ਨਾਲ ਗੱਲ ਨਹੀਂ ਹੋ ਰਹੀ ਹੈ। ਮਾਂ ਕਿੱਥੇ ਹੈ? ਤਾਂ ਭਾਬੀ ਨੇ ਕਿਹਾ ਤੁਸੀਂ ਤੀਰਥ ਯਾਤਰਾ ਤੇ ਗਏ ਹੋ, ਇਸ ਲਈ ਮੇਰੀ ਤੁਹਾਡੇ ਨਾਲ ਗੱਲ ਨਹੀਂ ਹੋ ਸਕੀ ਅਤੇ ਮੈਂ ਵੀ ਮੰਨ ਲਿਆ ਕਿ ਤੁਸੀਂ ਤੀਰਥ ਯਾਤਰਾ ਤੇ ਗਏ ਹੋ। ਲੇਕਿਨ ਮੈਨੂੰ ਕੀ ਪਤਾ ਸੀ ਉਸ ਜ਼ਾਲਮ ਔਰਤ ਨੇ ਤੈਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਹੈ। ਆਪਣੀ ਬੇਟੀ ਦੀ ਗੱਲ ਸੁਣ ਕੇ ਮਨਜੀਤ ਕੌਰ ਬੋਲੀ, ਬੇਟਾ ਤੇਰੇ ਭਰਾ ਭਰਜਾਈ ਝੂਠ ਬੋਲ ਰਹੇ ਸੀ। 1 ਮਹੀਨਾ ਪਹਿਲਾਂ ਹੀ ਮੈਨੂੰ ਬਿਰਧ ਆਸ਼ਰਮ ਛੱਡ ਗਏ। ਲੇਕਿਨ ਮਾਂ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿੰਦੇ ਤਾਂ ਮੈਂ ਤੁਰੰਤ ਪਹੁੰਚ ਜਾਂਦੀ। ਉਹਨਾਂ ਦੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਦੇ ਨਾਲ ਇਹ ਸਭ ਕਰਨ ਦੀ। ਇੰਨਾ ਕਹਿੰਦੇ ਹੋਏ ਉਹ ਆਪਣੀ ਮਾਂ ਦੇ ਨਾਲ ਲਿਪਟ ਗਈ। ਮੈਂ ਤੈਨੂੰ ਫੋਨ ਕਰਕੇ ਕਿਵੇਂ ਦੱਸ ਸਕਦੀ ਸੀ? ਜਿਸ ਦਿਨ ਮੈਂ ਬਿਰਧ ਆਸ਼ਰਮ ਵਿੱਚ ਆਈ ਮੈਂ ਤੇਰੇ ਸਹੁਰੇ ਨੂੰ ਉੱਥੇ ਦੇਖਿਆ। ਇਹਦਾ ਮਤਲਬ ਤਾਂ ਇਹ ਹੋਇਆ ਕਿ ਤੇਰੇ ਤੇ ਤੇਰੀ ਭਾਬੀ ਵਿੱਚ ਕੋਈ ਫਰਕ ਨਹੀਂ। ਤੇਰੇ ਭਰਾ ਭਰਜਾਈ ਦੀ ਕਰਤੂਤ ਦੇ ਬਾਰੇ ਵਿੱਚ ਕੀ ਦੱਸਦੀ? ਇੰਨਾ ਕਹਿੰਦੇ ਹੋਏ ਮਨਜੀਤ ਜੀ ਨੇ ਖੁਦ ਤੋਂ ਉਹਨੂੰ ਅਲੱਗ ਕਰ ਦਿੱਤਾ। ਤੂੰ ਮੇਰੀ ਬੇਟੀ ਕਹਾਉਣ ਦੇ ਲਾਇਕ ਨਹੀਂ ਹੈ, ਇਸ ਲਈ ਮੇਰੇ ਤੋਂ ਦੂਰ ਰਹਿ। ਅਤੇ ਜਿਵੇਂ ਮੇਰੇ ਬੇਟੇ ਬਹੂ ਨੇ ਘਰ ਤੋਂ ਮੈਨੂੰ ਕੱਢਿਆ ਹੈ, ਤੂੰ ਆਪਣੇ ਸਹੁਰੇ ਨੂੰ ਕੱਢ ਦਿੱਤਾ ਹੈ। ਕੁੱਲ ਮਿਲਾ ਕੇ ਮੇਰੇ ਦੋਵੇਂ ਬੱਚੇ ਹੀ ਨਿਕੰਮੇ ਨਿਕਲੇ। ਮੈਨੂੰ ਤਾਂ ਸ਼ਰਮ ਆਉਂਦੀ ਹੈ ਖੁਦ ਤੇ ਕਿ ਮੈਂ ਤੁਹਾਡੀ ਮਾਂ ਹਾਂ। ਇੱਕ ਨੇ ਆਪਦੀ ਮਾਂ ਨੂੰ ਘਰ ਤੋਂ ਕੱਢ ਦਿੱਤਾ ਤੇ ਇੱਕ ਨੇ ਆਪਣੇ ਸਹੁਰੇ ਨੂੰ ਘਰ ਤੋਂ ਕੱਢ ਦਿੱਤਾ। ਆਪਦੀ ਮਾਂ ਦੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਸ਼ਰਮ ਤੇ ਸਿਰ ਸ਼ਰਮ ਨਾਲ ਝੁਕ ਗਿਆ। ਮਾਂ ਮੈਨੂੰ ਮਾਫ਼ ਕਰ ਦੇ, ਮੈਂ ਬਹੁਤ ਸ਼ਰਮਿੰਦੀ ਹਾਂ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਜੋ ਮੈਂ ਆਪਦੇ ਸਹੁਰੇ ਨਾਲ ਕਰ ਰਹੀ ਹਾਂ ਉਹ ਮੇਰੀ ਮਾਂ ਦੇ ਨਾਲ ਵੀ ਹੋ ਸਕਦਾ ਹੈ। ਉਦੋਂ ਹੀ ਮਨਜੀਤ ਕੌਰ ਬੋਲੀ, ਬੇਟਾ ਵੈਸੇ ਤਾਂ ਤੇਰੀ ਗਲਤੀ ਮਾਫ਼ ਕਰਨ ਦੇ ਲਾਇਕ ਨਹੀਂ ਹੈ, ਪਰ ਫਿਰ ਵੀ ਅਗਰ ਮਾफ़ੀ ਮੰਗਣੀ ਹੈ ਤਾਂ ਆਪਣੇ ਸਹੁਰਾ ਜੀ ਤੋਂ ਮੰਗ। ਆਪਣੀ ਕਰਤੂਤ ਤੇ ਸ਼ਰਮਿੰਦੀ ਹੋਈ ਪ੍ਰੀਤ ਸਹੁਰੇ ਦੀ ਵੱਲ ਮੁੜ ਗਈ ਅਤੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ। ਮੈਨੂੰ ਮਾਫ਼ ਕਰ ਦਿਓ ਪਿਤਾ ਜੀ। ਉਦੋਂ ਹੀ ਉਹਨਾਂ ਦੇ ਬੇਟੇ ਨੇ ਵੀ ਮਾਫ਼ੀ ਮੰਗਦੇ ਹੋਏ ਕਿਹਾ, ਹੁਣ ਤੁਸੀਂ ਦੋਨੋਂ ਘਰ ਚੱਲੋ ਅਤੇ ਸਾਨੂੰ ਸੇਵਾ ਕਰਨ ਦਾ ਮੌਕਾ ਦੇਵੋ। ਤਾਂ ਹਰਨਾਮ ਸਿੰਘ ਅਤੇ ਮਨਜੀਤ ਕੌਰ ਜੀ ਦੋਨਾਂ ਨੇ ਕਿਹਾ ਕਿ ਅਸੀਂ ਘਰ ਨਹੀਂ ਜਾਵਾਂਗੇ। ਉਹਨਾਂ ਨੇ ਮਨਾ ਕਰ ਦਿੱਤਾ, ਅਸੀਂ ਬਿਰਧ ਆਸ਼ਰਮ ਵਿੱਚ ਰਹਿ ਕੇ ਹੀ ਸੁਖੀ ਹਾਂ। ਦੋਨਾਂ ਨੇ ਮਨਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ, ਪਰ ਹਰਨਾਮ ਸਿੰਘ ਤੇ ਮਨਜੀਤ ਕੌਰ ਦਾ ਇੱਕ ਹੀ ਜਵਾਬ ਸੀ, ਇੱਕ ਵਾਰ ਧੋਖਾ ਖਾ ਚੁੱਕੇ ਹਾਂ। ਹੁਣ ਇਸ ਉਮਰ ਵਿੱਚ ਆਪਣੇ ਸਰੀਰ ਵਿੱਚ ਇੰਨੀ ਜਾਨ ਨਹੀਂ ਬਚੀ ਕਿ ਵਾਰ-ਵਾਰ ਆਪਦੇ ਬੱਚਿਆਂ ਤੋਂ ਧੋਖੇ ਝੱਲ ਸਕੀਏ। ਇੰਨਾ ਕਹਿ ਕੇ ਹਰਨਾਮ ਸਿੰਘ ਅਤੇ ਮਨਜੀਤ ਕੌਰ ਆਪਣੇ ਕਮਰਿਆਂ ਵਿੱਚ ਚਲੇ ਗਏ। ਅੱਜ ਪ੍ਰੀਤ ਅਤੇ ਮਨਿੰਦਰ ਦੋਨੋਂ ਪਛਤਾਉਣ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਰਸਤਾ ਨਹੀਂ ਸੀ। ਕਿਸੇ ਨੇ ਸਹੀ ਹੀ ਕਿਹਾ ਹੈ ਕਿ ਬੱਚਿਆਂ ਦਾ ਅਸਤਿਤਵ ਉਹਨਾਂ ਦੇ ਮਾਤਾ ਪਿਤਾ ਦੀ ਵਜ੍ਹਾ ਦੇ ਨਾਲ ਹੈ ਤੇ ਮਾਤਾ ਪਿਤਾ ਬਿਰਧ ਆਸ਼ਰਮ ਵਿੱਚ ਨੇ ਤਾਂ ਉਹ ਔਲਾਦ ਦੀ ਵਜ੍ਹਾ ਨਾਲ ਹੀ ਹਨ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।